ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਟਾਕਸ ਤੇ ਤੁਹਾਡੇ ਲਈ ਰੋਜ਼ਾਨਾ ਦੀ ਤਰ੍ਹਾਂ ਲੈ ਕੇ ਹਾਜ਼ਰ ਹੋ ਰਹੇ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ, ਵਿਸ਼ੇਸ਼ ਰਿਪੋਰਟ ਜਿਹਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਚੋਣਾਂ ਦਾ ਮਾਹੌਲ ਜੋ ਬੀਤੇ ਕਈ ਦਿਨਾਂ ਤੋਂ ਦੇਸ਼ ਵਿੱਚ ਬਣਿਆ ਹੋਇਆ ਸੀ ਉਹ ਮਾਹੌਲ ਹੁਣ ਮੁਕੰਮਲ ਹੋ ਗਿਆ। ਭਾਂਡੇ ਟਿੰਡੇ ਜਿਹੜੇ ਆ ਵੋਟਾਂ ਦੇ ਆ ਚੋਣਾਂ ਦੇ ਉਹ ਸਮੇਟੇ ਜਾ ਰਹੇ ਆ ਤੇ ਹੁਣ ਮਾਹੌਲ ਕੁਝ ਚੋਣਾਂ ਤੋਂ ਬਾਅਦ ਆਮ ਵਰਗਾ ਹੁੰਦਾ ਹੋਇਆ ਨਜ਼ਰ ਆ ਰਿਹਾ। ਨਤੀਜੇ ਆ ਚੁੱਕੇ ਨੇ, ਖੁਸ਼ੀਆਂ ਮਨਾਈਆਂ ਜਾ ਚੁੱਕੀਆਂ ਨੇ, ਕਈ ਥਾਂ ਮਨਾਈਆਂ ਜਾ ਰਹੀਆਂ ਨੇ ਤੇ ਜਿਹੜੀਆਂ ਧਿਰਾਂ ਪਛੜ ਗਈਆਂ ਉਹ ਕੁਝ ਆਤਮ ਚਿੰਤਨ ਆਤਮ ਮੰਥਨ ਕਰ ਰਹੀਆਂ ਨੇ। ਕੁੱਲ ਮਿਲਾ ਕੇ ਚੋਣਾਂ ਦਾ ਰੌਲਾ ਰੱਪਾ ਜਿਹੜਾ ਹੁਣ ਘਟਦਾ ਹੋਇਆ ਵਿਖਾਈ ਦੇ ਰਿਹਾ। ਹੁਣ ਇਸ ਚੋਣਾਂ ਦੇ ਮਾਹੌਲ ਤੋਂ ਬਾਅਦ ਅੱਗੇ ਕੀ ਹੋਣ ਜਾ ਰਿਹਾ ਹੈ, ਅੱਗੇ ਕੀ ਕੁਝ ਹੋਣ ਦੀ ਸੰਭਾਵਨਾ ਹੈ, ਉਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਕਿਉਂਕਿ ਚੋਣਾਂ ਬਾਰੇ ਬਹੁਤ ਚਰਚਾ ਹੋ ਚੁੱਕੀ ਹੈ। ਚੋਣਾਂ ਬਾਰੇ ਤੁਹਾਨੂੰ ਬੜੀ ਤਫਸੀਲੀ ਜਾਣਕਾਰੀ ਲਗਾਤਾਰ ਦਾ ਪੰਜਾਬ ਟਾਕਸ ਰਾਹੀਂ ਪ੍ਰਾਪਤ ਹੋ ਰਹੀ ਹੈ, ਪਰ ਇਸ ਚੋਣਾਂ ਦੇ ਮਾਹੌਲ ਤੋਂ ਬਾਅਦ ਹੁਣ ਅੱਗੇ ਕੀ ਹੋਣ ਦੀ ਸੰਭਾਵਨਾ ਹੈ ਉਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇ ਰਹੇ ਹਾਂ ਅੱਜ ਦੀ ਇਸ ਸਪੈਸ਼ਲ ਰਿਪੋਰਟ ਦੇ ਵਿੱਚ, ਵਿਸ਼ੇਸ਼ ਰਿਪੋਰਟ ਦੇ ਵਿੱਚ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਜਰਾਤ ਸੂਬੇ ਦੀ। ਗੁਜਰਾਤ ਸੂਬੇ ਵਿੱਚ ਤੁਹਾਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਰਿਕਾਰਡ ਤੋੜ ਜਿੱਤ ਹੋਈ ਹੈ। 27 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦਾ ਸ਼ਾਸਨ ਚੱਲ ਰਿਹਾ ਉੱਥੇ ਤੇ ਇਸ ਕਾਮਯਾਬ ਸ਼ਾਸਨ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਉੱਥੇ ਹੋਰ ਅਗਲੇ 5 ਸਾਲਾਂ ਦੀ ਜਿਹੜੀ ਉਹਨਾਂ ਦੀ ਸੱਤਾ ਆ ਉਹਦੀ ਤਿਆਰੀ ਕਰ ਰਹੀ ਹੈ। ਹੁਣ ਗੁਜਰਾਤ ਚੋਣਾਂ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੀ ਏਡੀ ਵੱਡੀ ਜਿੱਤ ਹਾਸਲ ਹੋ ਗਈ ਹੈ, ਗੁਜਰਾਤ ਸੂਬੇ ਨੂੰ ਕਿਉਂਕਿ ਬਹੁਤ ਅਹਿਮੀਅਤ ਮਿਲ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪਿੱਤਰੀ ਸੂਬਾ ਹੋਣ ਕਰਕੇ ਉੱਥੇ ਬਹੁਤ ਧਿਆਨ ਲੱਗਾ ਹੈ ਤੇ ਗੁਜਰਾਤ ਸੂਬੇ ਨੂੰ ਲੈ ਕੇ ਹੁਣ ਕੇਂਦਰੀ ਸਿਆਸਤ ਵਿੱਚ ਵੀ ਹਿਲਜੁਲ ਹੋ ਰਹੀ ਹੈ। ਗੁਜਰਾਤ ਦੇ ਆਗੂਆਂ ਦਾ ਕੱਦ ਉੱਚਾ ਹੋਇਆ। ਗੁਜਰਾਤ ਦੇ ਆਗੂਆਂ ਨੂੰ ਕੇਂਦਰੀ ਪੱਧਰ ਉੱਤੇ ਅਹਿਮੀਅਤ ਵੀ ਆਉਂਦੇ ਦਿਨਾਂ ਦੌਰਾਨ ਮਿਲਣੀ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ ਤੇ ਜੋ ਨਤੀਜੇ ਗੁਜਰਾਤ ਵਿੱਚ ਆਏ ਨੇ ਉਸ ਨੇ ਗੁਜਰਾਤ ਦੀ ਭਾਜਪਾ ਇਕਾਈ, ਗੁਜਰਾਤ ਦੇ ਭਾਜਪਾ ਆਗੂ ਅਤੇ ਗੁਜਰਾਤ ਦੇ ਭਾਜਪਾ ਵਰਕਰਾਂ ਨੂੰ ਵੀ ਇੱਕ ਨਵਾਂ ਅਤੇ ਮਾਣ ਦਾ ਜਿਹੜਾ ਰੁਤਬਾ ਦਵਾ ਦਿੱਤਾ ਹੈ, ਖਾਸ ਤੌਰ 'ਤੇ ਕੇਂਦਰੀ ਪੱਧਰ ਉੱਤੇ। ਸੋ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੱਥ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋ ਗਏ ਨੇ। ਗੁਜਰਾਤ ਦੀਆਂ ਚੋਣਾਂ ਤੋਂ ਬਾਅਦ ਬਾਗੋ ਬਾਗ ਹੋਏ ਭਾਜਪਾ ਆਗੂਆਂ ਦਾ ਕੀ ਕਹਿਣਾ ਹੈ ਤੇ ਉਹ ਆਉਣ ਵਾਲੇ ਸਮੇਂ ਲਈ ਹੁਣ ਕਿਹੋ ਜਿਹੀ ਗੱਲ ਕਰ ਰਹੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਭਾਜਪਾ ਆਗੂਆਂ ਦੀ ਗੱਲ ਸੁਣਾਉਂਦੇ ਹਾਂ ਕਿ ਉਹ ਇਸ ਵੇਲੇ ਕੀ ਕਹਿ ਰਹੇ ਨੇ, ਕੀ सोच रहे हैं। इस बार वाकई गुजरात ने तो कमाल ही कर दिया है। मैं नड्डा जी सहित सभी भाजपा कार्यकर्ताओं को बधाई देता हूं और विशेष रूप से मैं गुजरात की जनता को भी नमन करता हूं। चुनावों के दौरान मैंने गुजरात के भाई बहनों और युवाओं से कहा था कि इस बार नरेंद्र का रिकॉर्ड टूटना चाहिए और मैंने वादा किया था कि भूपेंद्र नरेंद्र का रिकॉर्ड तोड़े, इसलिए नरेंद्र जी जान से मेहनत करेगा और गुजरात की जनता ने तो रिकॉर्ड तोड़ने में भी रिकॉर्ड कर दिया। उसने गुजरात की स्थापना से लेकर के अब तक सारे रिकॉर्ड तोड़ दिए। गुजरात के इतिहास का सबसे प्रचंड जनादेश भाजपा को देकर गुजरात के लोगों ने नया इतिहास बना दिया है। 2.5 दशक से निरंतर सरकार में रहने के बावजूद इस प्रकार का प्यार अभूतपूर्व है, अद्भुत है। लोगों ने जाति, वर्ग, समुदाय और हर तरह के विभाजन से ऊपर उठकर भाजपा को वोट दिया है।
भारतीय जनता पार्टी गुजरात के हर घर का हिस्सा है, गुजरात के हर परिवार का हिस्सा है। साथियों, भाजपा के आज हम जहां पहुंचे हैं, राज्यों में हो, स्थानीय स्वराज्य की निकायों में हो या केंद्र में हो, ये ऐसे ही नहीं पहुंचे हैं। 5 पीढ़ियां जनसंघ के जमाने से तपस्या करते हुए परिवार के परिवारों खपते रहे, तब जाकर के ये दल बना है, तब जाकर के हम यहां पहुंचे। भाजपा के लिए लाखों समर्पित कार्यकर्ताओं ने अपना जीवन खपा दिया है। व्यक्तिगत सुख, व्यक्तिगत आकांक्षाएं, व्यक्तिगत खुशी, व्यक्तिगत महत्वाकांक्षा, व्यक्तिगत सफलता, इन सबको तिलांजलि देकर भाजपा का प्रत्येक कार्यकर्ता समाज और देश की सेवा करने में, समाज और देश को सशक्त करने में जुटा रहता है। हम विचार पर भी बल देते हैं और व्यवस्था को भी सबल बनाते रहते हैं। भाजपा अपने कार्यकर्ताओं की अथाह संगठन शक्ति पर भरोसा करके ही अपनी रणनीति बनाती है और सफल भी होती है। उतार चढ़ाव भाजपा के राजनीतिक जीवन में भी आए हैं, लेकिन हमने आदर्शों और मूल्यों पर अड़िग रहकर दिखाया है। आज गुजरात की जनता ने 27 साल के ये संबंध को एक ऐतिहासिक तौर पे आगे बढ़ाए हैं। पिछले कई महीनों से विपक्षी दलों द्वारा मेरी गुजरात की धरती को, मेरे गुजरात के लोगों को बदनाम करने में कोई कसर नहीं छोड़ी। आज गुजरात की जनता ने मोदी जी के प्रति, भारतीय जनता पार्टी के प्रति उनका जो विश्वास है, संबंध है, दिल का जो नाता है, वो निभाया है। भारतीय जनता पार्टी और गुजरात की जनता दुनिया की जोड़ी नंबर 1 आज साबित हो चुकी है। गुजरात की जनता ने फिर से एक बार नया इतिहास लिखा है और गुजरात में नफरत की राजनीति को, बहकाने की राजनीति को, देश को तोड़ने वाली राजनीति को गुजरात के लोगों ने बाहर भगा लिया है। गुजरात की जनता और भारतीय जनता पार्टी साथ में मिलकर फिर से एक बार गुजरात के कोने कोने में विकास का काम आगे बढ़ाएंगे। ਸੋ ਇਹ ਸੀ ਗੱਲ ਭਾਜਪਾ ਆਗੂਆਂ ਦੀ ਜਿਹੜੀ ਜਿੱਤ ਤੋਂ ਸੁਭਾਵਿਕ ਤੌਰ ਤੇ ਬਾਗੋ ਬਾਗ ਨੇ, ਕਿਉਂਕਿ ਜਿੱਤ ਵਾਕਈ ਬਹੁਤ ਵੱਡੀ ਜਿੱਤ ਉਹਨਾਂ ਦੀ ਹੋਈ ਹੈ। ਇਸ ਜਿੱਤ ਤੋਂ ਬਾਅਦ ਹੁਣ ਅੱਗੇ ਦੀ ਤਿਆਰੀ ਵੀ ਉਹ ਕਰ ਰਹੇ ਨੇ। ਨਾਲੋਂ ਨਾਲ ਉਹਨਾਂ ਨੇ ਅਗਲਾ ਨਿਸ਼ਾਨਾ ਜਿਹੜਾ ਹਰਿਆਣੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ, ਲੋਕ ਸਭਾ ਦੀਆਂ ਚੋਣਾਂ, ਸਭ ਤੋਂ ਵੱਡਾ ਟੀਚਾ ਜਿਹੜਾ ਹੈ ਉਧਰ ਧਿਆਨ ਹੁਣੇ ਹੀ ਲਾ ਦਿੱਤਾ। ਭਾਰਤੀ ਜਨਤਾ ਪਾਰਟੀ ਦੀ ਖਾਸੀਅਤ ਇਹ ਹੈ, ਇਸ ਪਾਰਟੀ ਦੇ ਨਾਲ ਹਰ ਇੱਕ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਨੇ, ਪਰ ਇਹ ਪਾਰਟੀ ਜਿਹੜੀ ਹੈ ਉਹ ਆਪਣਾ ਨਿਸ਼ਾਨਾ ਮਿੱਥ ਕੇ ਚੱਲਦੀ ਹੈ ਤੇ ਉਸ ਨਿਸ਼ਾਨੇ ਲਈ ਕੰਮ ਵੀ ਕਰਦੀ ਹੈ ਤੇ ਲੰਮੇ ਸਮੇਂ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੰਦੀ ਹੈ। ਇਹ ਚੀਜ਼ ਭਾਰਤੀ ਜਨਤਾ ਪਾਰਟੀ ਬਾਰੇ ਸਭ ਨੇ ਵੇਖੀ ਅਤੇ ਮਹਿਸੂਸ ਕੀਤੀ ਹੋਵੇਗੀ। ਇਹੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਅਕਸਰ ਚੋਣਾਂ ਵਿੱਚ ਨਤੀਜੇ ਜਿਹੜੇ ਨੇ, ਜਦੋਂ ਬਹੁਤ ਜ਼ਿਆਦਾ ਦਾਅ ਤੇ ਸਭ ਕੁਝ ਲੱਗਾ ਹੁੰਦਾ, ਉੱਥੇ ਭਾਰਤੀ ਜਨਤਾ ਪਾਰਟੀ ਜੇਤੂ ਹੋ ਕੇ ਨਿਕਲ ਆਉਂਦੀ ਹੈ। ਇੱਕ ਬਹੁਤ ਵੱਡਾ ਕਾਰਨ ਉਹਦਾ ਇਹ ਵੀ ਹੈ। ਸੋ ਹੁਣ ਉਹ ਲੋਕ ਸਭਾ ਚੋਣਾਂ ਵੱਲ ਧਿਆਨ ਕੇਂਦਰਿਤ ਕਰ ਰਹੇ ਨੇ ਹੁਣੇ ਤੋਂ ਹੀ। ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਵਿੱਚ ਜਿੱਤ ਹਾਸਲ ਕੀਤੀ ਹੈ। ਕਾਂਗਰਸ ਪਾਰਟੀ ਨੇ ਹਿਮਾਚਲ ਪ੍ਰਦੇਸ਼ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ ਕਿ ਕਾਂਗਰਸ ਲਈ ਇਹ ਚੀਜ਼ ਬੜੀ ਅਹਿਮ ਹੈ।
ਹਿਮਾਚਲ ਦੀਆਂ ਚੋਣਾਂ ਵਿੱਚ ਜੋ ਕਾਂਗਰਸ ਦੀ ਜਿੱਤ ਹੋਈ ਹੈ ਬਹੁਤ ਅਹਿਮ ਹੈ, ਕਿਉਂਕਿ ਬੀਜੇਪੀ ਵੱਲੋਂ ਲਗਾਤਾਰ ਕਾਂਗਰਸ ਮੁਕਤ ਭਾਰਤ ਦੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਕਾਫੀ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਡਿੱਗੀਆਂ, ਕਿਤੇ ਚੋਣਾਂ ਦੇ ਨਤੀਜਿਆਂ ਵਿੱਚ ਤੇ ਕਿਤੇ ਨਤੀਜਿਆਂ ਤੋਂ ਬਗੈਰ ਹੀ ਉਹਨਾਂ ਦੀ ਜਿਹੜੀ ਸਰਕਾਰ ਹੈ ਡਿੱਗਦੀ ਰਹੀ ਹੈ। ਸੋ ਅਜਿਹੇ ਵਿੱਚ ਕਾਂਗਰਸ ਲਈ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਨਤੀਜੇ ਇੱਕ ਸੰਜੀਵਨੀ ਬੂਟੀ ਦਾ ਕੰਮ ਕਰ ਸਕਦੇ ਨੇ, ਇੱਕ ਨਵੀਂ ਜਾਨ ਕਾਂਗਰਸ ਅੰਦਰ ਪਾ ਸਕਦੇ ਨੇ। ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਰਾਹੀਂ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਕਾਂਗਰਸ ਨੂੰ ਜ਼ਮੀਨੀ ਪੱਧਰ ਤੋਂ ਦੁਬਾਰਾ ਮਜ਼ਬੂਤ ਕੀਤਾ ਜਾ ਸਕੇ, ਉਹ ਲੱਗੇ ਹੋਏ ਨੇ ਉਸ ਪਾਸੇ। ਦੂਜੇ ਬੰਨੇ ਹੁਣ ਇਹ ਜਿਹੜੀ ਜਿੱਤ ਹੋਈ ਹੈ ਹਿਮਾਚਲ ਪ੍ਰਦੇਸ਼ ਵਿੱਚ ਤੇ ਕਾਂਗਰਸ ਦੀ ਇੱਕ ਸਰਕਾਰ ਬਣਨ ਜਾ ਰਹੀ ਹੈ ਤੇ ਬਹੁਮਤ ਦਾ ਅੰਕੜਾ ਵੀ ਕਾਂਗਰਸ ਨੇ ਕਾਫੀ ਆਰਾਮ ਨਾਲ ਹਿਮਾਚਲ ਪ੍ਰਦੇਸ਼ ਵਿੱਚ ਹਾਸਲ ਕੀਤਾ ਹੈ। ਇਸ ਨਾਲ ਕਾਂਗਰਸ ਨੂੰ ਵੀ ਕੇਂਦਰੀ ਪੱਧਰ ਦੀ ਸਿਆਸਤ ਵਿੱਚ ਦੁਬਾਰਾ ਦਸਤਕ ਦੇਣ ਦਾ ਇੱਕ ਮੌਕਾ ਮਿਲਿਆ। ਬੜੀ ਅਹਿਮ ਜਿੱਤ ਹੈ ਕਾਂਗਰਸ ਲਈ, ਕਿਉਂਕਿ ਕਾਫੀ ਉਹਦਾ ਰਾਜ ਜਿਹੜਾ ਸਿੰਗੜਦਾ ਜਾ ਰਿਹਾ ਸੀ, ਸਿਮਟਦਾ ਜਾ ਰਿਹਾ ਸੀ, ਘਟਦਾ ਜਾ ਰਿਹਾ ਸੀ ਤੇ ਕਾਂਗਰਸ ਨੂੰ ਇੱਕ ਅਹਿਮ ਸੂਬੇ ਦੀ ਜ਼ਿੰਮੇਵਾਰੀ ਮਿਲਣਾ, ਉੱਥੇ ਉਹਨਾਂ ਦੀ ਸਰਕਾਰ ਬਣਨਾ ਕਾਂਗਰਸ ਲਈ ਕਾਫੀ ਇੱਕ ਅਹਿਮ ਚੀਜ਼ ਸਾਬਤ ਹੋ ਸਕਦੀ ਹੈ। ਇੱਕ ਥੋੜੀ ਜਿਹੀ ਚੁਣੌਤੀ ਇਹ ਹੋ ਸਕਦੀ ਹੈ ਕਾਂਗਰਸ ਲਈ ਆਉਣ ਵਾਲੇ ਸਮੇਂ ਦੌਰਾਨ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਉਹਨਾਂ ਦਾ ਵਿਧਾਇਕ ਦਲ ਉਹਨੂੰ ਇਕੱਠਾ ਰੱਖਣਾ, ਉਹ 'ਚ ਕੋਈ ਤਰੇੜਾ ਨਾ ਪੈਣ, ਇਹਦੇ ਲਈ ਕਾਂਗਰਸ ਪਾਰਟੀ ਨੂੰ ਕਾਫੀ ਅੱਖ ਕੰਨ ਸਭ ਖੋਲ੍ਹ ਕੇ ਚੁਕੰਨੇ ਰਹਿਣਾ ਪੈਣਾ, ਕਿਉਂਕਿ ਇਹ ਚੀਜ਼ ਪਹਿਲਾਂ ਵੀ ਕਾਂਗਰਸ ਲਈ ਕਮਜ਼ੋਰੀ ਸਾਬਤ ਹੋ ਚੁੱਕੀ ਹੈ। ਹੁਣ ਕਾਂਗਰਸ ਵਾਲਿਆਂ ਨੇ ਅੱਗੇ ਲਈ ਕੀਤਾ ਇਹ ਹੈ, ਅੱਗੇ ਦੀ ਗੱਲ ਤੁਹਾਨੂੰ ਦੱਸੀਏ ਕਿ ਜਿੰਨੇ ਵੀ ਉਮੀਦਵਾਰ ਜਿੱਤੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਦੀ ਮੀਟਿੰਗ ਬੁਲਾਈ ਹੈ ਚੰਡੀਗੜ੍ਹ ਵਿੱਚ, ਮੁਹਾਲੀ ਦੇ ਇੱਕ ਹੋਟਲ ਵਿਖੇ ਉਹਨਾਂ ਦੀ ਬੁਕਿੰਗ ਕਰਵਾਈ ਗਈ ਹੈ ਤਾਂ ਕਿ ਸੁਰੱਖਿਅਤ ਥਾਂ ਉੱਤੇ ਉਹਨਾਂ ਦਾ ਮੰਨਣਾ ਕਿ ਉਹਨਾਂ ਨੂੰ ਇਕੱਠਿਆਂ ਰੱਖ ਕੇ ਵਿਧਾਇਕ ਦਲ ਦਾ ਨੇਤਾ ਸਰਬਸੰਮਤੀ ਨਾਲ ਚੁਣਿਆ ਜਾਵੇ, ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਕੌਣ ਬਣੂਗਾ ਇਸ ਨੂੰ ਲੈ ਕੇ ਵੀ ਕਾਫੀ ਨਾਂ ਸਾਹਮਣੇ ਆ ਚੁੱਕੇ ਨੇ। ਘੱਟੋ ਘੱਟ 5-6 ਦਾਅਵੇਦਾਰ ਜਿਹੜੇ ਨੇ ਉਹ ਮੈਦਾਨ ਵਿੱਚ ਦੱਸੇ ਜਾਂਦੇ ਨੇ। ਸੋ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਸਾਰਿਆਂ ਨੂੰ ਸੰਤੁਸ਼ਟ ਰੱਖਣਾ, ਕੋਈ ਬਾਗੀ ਸੁਰਾਂ ਨਾ ਉੱਠਣ, ਇਹ ਜ਼ਰੂਰ ਇੱਕ ਚੁਣੌਤੀ ਆਉਣ ਵਾਲੇ ਸਮੇਂ ਦੌਰਾਨ ਹੁਣ ਕਾਂਗਰਸ ਲਈ ਹੋਊਗੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ। ਤਾਂ ਇਸ ਕਰਕੇ ਬਹੁਤ ਇੱਕ ਅਹਿਮ ਚੀਜ਼ ਇਹ ਵੀ ਕਾਂਗਰਸ ਲਈ ਇਸ ਵੇਲੇ ਨਜ਼ਰ ਆ ਰਹੀ ਹੈ। ਕਾਂਗਰਸ ਪਾਰਟੀ ਦਾ ਇਸ ਬਾਰੇ ਕੀ ਕਹਿਣਾ ਹੈ? ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਆਪਣੀ ਅਗਲੀ ਰਣਨੀਤੀ ਕੀ ਦੱਸ ਰਹੀ ਹੈ? आओ कांग्रेसियों के विचार भी सुनते हैं। भूलिए मत कि प्रधानमंत्री ने 10 रैलियां की, हाई वोल्टेज उनका कैंपेन था। ऐसा नहीं है कि उन्होंने हिमाचल को साइड में रखा और सिर्फ गुजरात पर ही उन्होंने फोकस किया। पहले इसीलिए तो गुजरात और हिमाचल डीलिंक हुए, नहीं तो एक साथ चुनाव होने वाले थे, होना चाहिए था कानून के मुताबिक, कन्वेंशन के मुताबिक। पर पहले प्रधानमंत्री हिमाचल गए, हिमाचल में प्रचार की, उसके बाद एक गैप आया, गुजरात गए। तो एक तरीके से देखा जाए हिमाचल में प्रधानमंत्री का प्रचार नाकामयाब रहा, बिल्कुल नाकामयाब रहा। और अगर आप सारे देश के नतीजे देखें तो गुजरात को छोड़कर ज़रूर बीजेपी के खिलाफ ये नतीजे आए हैं। कुछ जगहों में कांग्रेस जीती है, कुछ जगहों में क्षेत्रीय पार्टी जीते हैं, पर बीजेपी नहीं जीता ज़्यादा जगहों में। तो ये एक मिक्स्ड पिक्चर है। हिमाचल में अभी वक्त है, जो हमने वादे किए थे जनता को हमारे घोषणा पत्र में, हमारे भाषणों में, चुनाव प्रचार में, उसको हमें समय सीमा के अनुसार पूरा करना है, क्योंकि जनता ने जनादेश कांग्रेस पार्टी को स्पष्ट तरीके से दिया है। ये 35-34 का मामला नहीं है। 40 सीटें आना और वो भी बीजेपी के खिलाफ, मैं समझता हूँ ये बहुत बड़ी उपलब्धि है। और ये हम पर बड़ा बोझ डालता है कि जो वादे हमने किए हैं, ख़ास तौर से ओल्ड पेंशन स्कीम के बारे में, उसको हमें पूरा करना ही होगा, जल्द से जल्द हमें पूरा करना होगा। ਇਹ ਸਨ ਵਿਚਾਰ ਕਾਂਗਰਸ ਪਾਰਟੀ ਦੇ ਕਾਂਗਰਸੀ ਆਗੂਆਂ ਦੇ, ਜਿਨ੍ਹਾਂ ਦਾ ਕਹਿਣਾ ਹੈ ਕਿ ਕਾਫੀ ਸੰਤੁਸ਼ਟੀ ਦੇ ਨਾਲ ਤੇ ਇੱਕ ਨਵੇਂ ਉਤਸ਼ਾਹ ਦੇ ਨਾਲ, ਨਵੇਂ ਜੋਸ਼ ਦੇ ਨਾਲ ਉਹ ਅੱਗੇ ਤੁਰਨ ਲਈ ਤਿਆਰ ਨੇ। ਤੇ ਉਹਨਾਂ ਦਾ ਫਿਲਹਾਲ ਇਹ ਦਾਅਵਾ ਹੈ ਕਿ ਸਭ ਕੁਝ ਠੀਕ ਹੈ, ਆਲ ਇਜ਼ ਵੈਲ, ਸਾਰੇ ਇਕੱਠੇ ਨੇ ਤੇ ਇਕੱਠਿਆਂ ਅੱਗੇ ਤੁਰਨ ਲਈ ਮਿਹਨਤ ਕਰਨਗੇ ਸਰਬਸੰਮਤੀ ਦੇ ਨਾਲ। ਵੇਖਣਾ ਇਹ ਹੈ ਕਿ
ਇਹ ਬੋਲ ਕਿੰਨੇ ਕੁ ਸਹੀ ਸਾਬਤ ਹੁੰਦੇ ਨੇ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਉੱਤਰ ਭਾਰਤ ਵਿੱਚ ਪਹੁੰਚ ਚੁੱਕੀ ਹੈ, ਰਾਜਸਥਾਨ ਵਿੱਚ ਆਈ ਹੋਈ ਹੈ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣੇ ਦੇ ਨਾਲ ਨਾਲ ਦਿੱਲੀ ਵਿੱਚੋਂ ਦੀ ਹੁਣ ਲੰਘਣਾ ਹੈ ਅਤੇ ਇਸ ਨਾਲ ਵੀ ਉੱਤਰ ਭਾਰਤ ਵਿੱਚ ਕਾਂਗਰਸ ਨੂੰ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਮਿਲਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ। ਇਹ ਗੱਲ ਹੋਈ ਕਾਂਗਰਸ ਪਾਰਟੀ ਦੀ। ਹੁਣ ਗੱਲ ਕਰੀਏ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਹੁਣ ਆਉਂਦੇ ਦਿਨਾਂ ਦੌਰਾਨ ਕੀ ਕਰੂਗੀ, ਕਿਉਂਕਿ ਬੜਾ ਜ਼ੋਰ ਲਾਇਆ ਸੀ ਅਤੇ ਬੜੇ ਵੱਡੇ ਦਾਅਵੇ ਵੀ ਕੀਤੇ ਸੀ ਅਤੇ ਇੰਨਾ ਤਿੱਖਾ ਪ੍ਰਚਾਰ ਕਰਨ ਦੇ ਬਾਵਜੂਦ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਹੱਥ 'ਤੇ ਉਂਗਲੀਆਂ ਦੇ ਨਾਲ ਗਿਣੀਆਂ ਜਾਣ ਵਾਲੀਆਂ ਸੀਟਾਂ ਹੀ ਆਈਆਂ ਅਤੇ ਦੂਜੇ ਬੰਨੇ ਹਿਮਾਚਲ ਪ੍ਰਦੇਸ਼ ਵਿੱਚ ਖਾਤਾ ਵੀ ਨਹੀਂ ਖੁੱਲ੍ਹਿਆ। ਸੋ ਆਮ ਆਦਮੀ ਪਾਰਟੀ ਉਹਨਾਂ ਜਿੱਤ ਦੇ ਦਾਅਵਿਆਂ ਦੀ ਗੱਲ ਕਰਨ ਦੀ ਥਾਂ ਹੁਣ ਗੱਲ ਉਸ ਮੁੱਦੇ ਦੀ ਕਰ ਰਹੀ ਹੈ ਜਿੱਥੋਂ ਉਹਨਾਂ ਨੂੰ ਇੱਕੋ ਇੱਕ ਰਾਹਤ ਮਿਲੀ ਹੈ, ਜਿਹੜਾ ਉਹਨਾਂ ਲਈ ਇੱਕ ਸਬਰ ਸੰਤੋਖ ਜਾਂ ਧਰਵਾਸ ਦਾ ਕੇਂਦਰ ਬਿੰਦੂ ਇੱਕ ਜਿਹੜਾ ਮੁੱਦਾ ਬਣਿਆ ਉਹ ਇਹ ਹੈ ਕਿ ਜੋ ਵੋਟ ਪਰਸੈਂਟੇਜ, ਵੋਟ ਫੀਸਦ ਆਮ ਆਦਮੀ ਪਾਰਟੀ ਨੂੰ ਮਿਲ ਗਈ ਹੈ ਅਤੇ ਗੁਜਰਾਤ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਹਾਜ਼ਰੀ ਲੱਗ ਗਈ ਹੈ। ਉਹਨਾਂ ਦੇ ਕੁਝ ਮੈਂਬਰ ਜਿਹੜੇ ਚੁਣੇ ਗਏ, ਜਿਹੜੇ ਬੈਠੇ ਨਜ਼ਰ ਆਉਣਗੇ, ਉਸ ਸਦਕਾ ਆਮ ਆਦਮੀ ਪਾਰਟੀ ਨੂੰ ਜੋ ਦੇਸ਼ ਦਾ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਇੱਕ ਕੌਮੀ ਪਾਰਟੀ ਹੋਣ ਦਾ ਦਰਜਾ ਮਿਲਣ ਜਾ ਰਿਹਾ ਹੈ। ਹੁਣ ਤੱਕ ਆਮ ਆਦਮੀ ਪਾਰਟੀ ਇੱਕ ਖੇਤਰੀ ਪਾਰਟੀ ਸੀ, ਦਰਜਾ ਅਧਿਕਾਰਤ ਤੌਰ 'ਤੇ ਖੇਤਰੀ ਪਾਰਟੀ ਦਾ ਸੀ, ਪਰ ਕਿਉਂਕਿ 2 ਥਾਂ ਸਰਕਾਰ ਆ ਅਤੇ ਗੋਆ ਵਿੱਚ ਵੀ ਉਹਨਾਂ ਦੀ ਹਾਜ਼ਰੀ ਲੱਗ ਚੁੱਕੀ ਹੈ, ਗੁਜਰਾਤ ਵਿਧਾਨ ਸਭਾ ਵਿੱਚ ਵੀ ਵੋਟਾਂ ਪੈ ਚੁੱਕੀਆਂ ਨੇ, ਉਹ ਫੀਸਦ ਜਿਹੜੀ ਹੈ ਪਰਸੈਂਟੇਜ ਜਦੋਂ ਅੰਕੜਿਆਂ ਵਿੱਚ ਗਿਣੀ ਜਾਂਦੀ ਹੈ ਤਾਂ ਪਾਰਟੀ ਨੂੰ ਇੱਕ ਨੈਸ਼ਨਲ ਪਾਰਟੀ ਦਾ ਰੁਤਬਾ ਮਿਲ ਜਾਂਦਾ। ਹੁਣ ਆਮ ਆਦਮੀ ਪਾਰਟੀ ਸਾਰੀ ਗੱਲ ਸਿਰਫ ਇਸੇ ਗੱਲ ਦੁਆਲੇ ਘੁਮਾ ਰਹੀ ਹੈ ਕਿ ਉਹਨਾਂ ਨੂੰ ਕੇਂਦਰੀ ਪਾਰਟੀ ਦਾ ਦਰਜਾ ਮਿਲ ਗਿਆ। ਹੋਰ ਜਿੱਤ ਦੇ ਦਾਅਵੇ ਜਾਂ ਜੋ ਵਾਅਦੇ ਕੀਤੇ ਸੀ, ਕੀ ਬਣਿਆ ਕੀ ਨਹੀਂ ਬਣਿਆ, ਉਹਦੀ ਗੱਲ ਉਹ ਨਹੀਂ ਕਰ ਰਹੇ। ਉਹਨਾਂ ਨੇ ਸਿਰਫ ਆਹੀ ਇੱਕ ਗੱਲ ਹੁਣ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ, ਆਉਂਦੇ ਦਿਨਾਂ ਦੌਰਾਨ ਇਹਦੀ ਹੀ ਗੱਲ ਕਰਨੀ ਹੈ ਕਿ ਉਹਨਾਂ ਨੂੰ ਖੇਤਰੀ ਪਾਰਟੀ ਤੋਂ ਬਾਅਦ ਹੁਣ ਕੌਮੀ ਪਾਰਟੀ ਦਾ ਦਰਜਾ ਮਿਲਣ ਜਾ ਰਿਹਾ ਹੈ। ਤੁਸੀਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ, ਦਿੱਲੀ ਦੇ ਮੁੱਖ ਮੰਤਰੀ, ਉਹਨਾਂ ਦਾ ਜੋ ਅਧਿਕਾਰਤ ਬਿਆਨ ਆਇਆ, ਆਫੀਸ਼ੀਅਲ ਵੀਡੀਓ ਜੋ ਉਹਨਾਂ ਦੀ ਪਾਰਟੀ ਵੱਲੋਂ ਜਾਰੀ ਕੀਤਾ ਹੈਗਾ, ਉਹਦੇ ਵਿੱਚ ਜੇ ਸੁਣੋ ਤਾਂ ਉਹ ਇਹੀ ਕਹਿ ਰਹੇ ਨੇ, ਵਧਾਈ ਦੇ ਰਹੇ ਨੇ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਅਰਵਿੰਦ ਕੇਜਰੀਵਾਲ ਨੇ ਚੋਣ ਨਤੀਜਿਆਂ ਤੋਂ ਬਾਅਦ ਕਿਹੋ ਜਿਹੀ ਗੱਲ ਕੀਤੀ ਅਤੇ ਗੁਜਰਾਤ ਚੋਣਾਂ, ਹਿਮਾਚਲ ਚੋਣਾਂ ਦੀ ਨਿਰਾਸ਼ਾ ਦੀ ਕੋਈ ਗੱਲ ਨਹੀਂ ਕੀਤੀ, ਸਗੋਂ ਇਸ ਗੱਲ ਉੱਤੇ ਤਸੱਲੀ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦੀ ਪਾਰਟੀ ਨੂੰ ਕੌਮੀ ਪਾਰਟੀ ਹੋਣ ਦਾ ਦਰਜਾ ਮਿਲਣ ਜਾ ਰਿਹਾ ਹੈ। ਜ਼ਰਾ ਸੁਣਿਓ अरविंद केजरीवाल ने की कहा। नमस्कार। सबसे पहले सभी आम आदमी पार्टी के कार्यकर्ताओं को, सभी देशवासियों को बहुत बहुत बधाई। आपकी आम आदमी पार्टी आज राष्ट्रीय पार्टी बन गई है। आज गुजरात चुनाव के नतीजे आ रहे हैं, काफ़ी नतीजे आ चुके हैं, काफ़ी नतीजे अभी आ रहे हैं और गुजरात के लोगों ने आम आदमी पार्टी को राष्ट्रीय पार्टी बना दिया है। जितने वोट गुजरात में आम आदमी पार्टी को मिले हैं उनके हिसाब से कानूनन अब आम आदमी पार्टी राष्ट्रीय पार्टी बन गई है। ये बहुत बड़ी बात है। देश में बहुत बहुत कम चंद पार्टियां हैं जिनको राष्ट्रीय पार्टी का दर्जा है। उन चंद पार्टियों में अब आपकी आम आदमी पार्टी भी शामिल हो गई है। महज 10 साल पहले आम आदमी पार्टी बनी थी, छोटी सी पार्टी, एक जवान पार्टी जिसको अभी 10 साल हुए बस। उसकी 2 राज्यों में सरकार है और आज वो राष्ट्रीय पार्टी बन गई है। ये जब लोग सुनते हैं तो अपने दांतों तले उंगली दबा लेते हैं। बहुत आश्चर्यजनक अचीवमेंट है एक तरह से आप सब लोगों का। मैं गुजरात के लोगों को खासकर बहुत बहुत शुक्रिया अदा करना चाहता हूँ आपसे। मैं अभी जब गुजरात जितनी बार आया चुनाव के दौरान, आपसे जो प्यार मिला, सम्मान मिला, विश्वास मिला, उसका मैं ता ज़िंदगी आभारी रहूँगा। आप लोगों का बहुत बहुत ऋणी रहूँगा। बहुत बहुत शुक्रिया आप सब लोगों का। मुझे बहुत कुछ सीखने को मिला और गुजरात एक तरह से बीजेपी का गढ़ माना जाता है। उस किले को भेदने में हम सफल हुए। आज हमें लगभग 13% के लगभग वोट मिला है। अभी तक 39 लाख के करीब वोट मिल चुके हैं और अभी गिनती जारी है, अभी और भी वोट मिलेंगे। इतने लोगों ने हमारे ऊपर भरोसा किया, इतने लोगों ने पहली बार में हमें वोट दिया
इसके लिए मैं उन सभी लोगों का आभारी हूँ जिन्होंने इतना प्रेम दिया। जैसा मैंने कहा कि इस बार किला भेदने में सफल हुए, आप सबके आशीर्वाद से अगली बार किला जीतने में भी सफल होंगे हम सब लोग मिलके। हमने पूरा कैंपेन बहुत पॉजिटिव चलाया, कोई गाली गलौज नहीं किया, किसी को हमने भद्दी भाषा का इस्तेमाल नहीं किया, किसी के खिलाफ हम नहीं बोले। हमने केवल ये कहा कि हमने इतना काम किया दिल्ली में, पंजाब में, और अगर गुजरात में मौका मिला तो हम ये काम करेंगे। केवल अपने काम की चर्चा की। यही चीज़ हमें दूसरी पार्टियों से अलग करती है। अभी तक 75 साल से इस देश के अंदर गाली गलौज की राजनीति, मारपीट की राजनीति, जाति की राजनीति, धर्म की राजनीति, यही सब चलता था। पहली बार एक पार्टी आई है जो इस देश के मुद्दों की, जनता के मुद्दों की बात करती है, देश को नंबर 1 बनाने की बात करती है, देश को आगे बढ़ाने की, देश के विकास की बात करती है, स्कूल, अस्पताल, बिजली, पानी, सड़क, जो रोज़मर्रा की ज़िंदगी में एक आम आदमी का जिससे वास्ता पड़ता है, उन मुद्दों की बात करती है। हमें पॉजिटिव राजनीति करनी है। हम शरीफ लोग हैं, ईमानदार लोग हैं, देशभक्त लोग हैं। यही पहचान हमें बना के रखनी है अपनी आगे भी। तो मैं आप सब लोगों को एक बार फिर से बहुत बहुत शुक्रिया अदा करता हूं कि आपने इतना, गुजरात के लोगों ने इतना प्यार दिया, इतनी मोहब्बत दी। इसका आप सब लोगों को बहुत बहुत शुक्रिया, और सभी देशवासियों को, सभी कार्यकर्ताओं को राष्ट्रीय पार्टी बनने पर, आम आदमी पार्टी के राष्ट्रीय पार्टी बनने पर बहुत बहुत बधाई। जितने गुजरात में कार्यकर्ता हैं जिन्होंने इतनी मेहनत की, इतना शानदार कैंपेन किया, आप सब लोगों ने रात दिन मेहनत की, उन सब लोगों को मैं बधाई देना चाहता हूँ। थोड़े दिन आराम कर लो, उसके बाद फिर से अपने को काम पे लगना है। और एक चीज़ है, चुनाव आते जाते रहेंगे, हम राजनीति में सेवा करने के लिए आए हैं। वो सेवा बंद नहीं होनी चाहिए। ऐसा नहीं कि अब चुनाव हो गया, अब हम अपने अपने घर चले जाएं और हम अपने लोगों की सेवा करो, अपने समाज की सेवा करो, अपने गांव की सेवा करो, अपने मोहल्ले की सेवा करो। कहीं कोई दुखी हो, चाहे वो किसी भी पार्टी का हो, उसकी हमेशा सेवा करनी है। चाहे वोट मिले ना मिले, वोट मिलेंगे, अच्छा काम करोगे वोट भी मिलेंगे, लेकिन केवल वोट के लिए अपने को काम नहीं करना। बहुत बहुत शुक्रिया। ਸੋ ਇਹ ਸੀ ਬਿਆਨ ਅਰਵਿੰਦ ਕੇਜਰੀਵਾਲ ਦਾ। ਤੁਸੀਂ ਸਾਫ਼ ਵੇਖਿਆ ਕਿ ਇੱਕ ਸਿਆਸਤਦਾਨ ਵਜੋਂ ਉਹਨਾਂ ਨੇ ਕਿਸ ਤਰੀਕੇ ਨਾਲ ਇਸ ਗੱਲ ਨੂੰ ਪੂਰੀ ਤਰ੍ਹਾਂ ਤਬਦੀਲ ਕੀਤਾ ਹੈ ਕਿ ਨਿਰਾਸ਼ਾ ਵਾਲੀ ਗੱਲ ਕਰਨ ਦੀ ਥਾਂ ਉਸ ਚੀਜ਼ ਉੱਪਰ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਚੀਜ਼ ਲੋਕਾਂ ਦੇ ਮੂਹਰੇ ਪੇਸ਼ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਆਮ ਆਦਮੀ ਪਾਰਟੀ ਕੁਝ ਧਰਵਾਸ ਲੈ ਸਕਦੀ ਹੈ ਕਿ ਉਹਨਾਂ ਨੂੰ ਕੁਝ ਹਾਸਲ ਹੋਇਆ। ਸੋ ਇਹ ਆਮ ਆਦਮੀ ਪਾਰਟੀ ਦੀ ਆਉਣ ਵਾਲੇ ਦਿਨਾਂ ਦੌਰਾਨ ਇਹੀ ਨੀਤੀ ਰਹਿਣੀ ਹੈ। ਇਹ ਸਾਫ਼ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਤੋਂ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਹੈ, ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹ ਹੁਣ ਗੁਜਰਾਤ ਤੋਂ ਵਿਹਲੀ ਹੋ ਕੇ ਜਾਂ ਹਿਮਾਚਲ ਪ੍ਰਦੇਸ਼ ਤੋਂ ਧਿਆਨ ਉਹਨਾਂ ਦਾ ਹੁਣ ਹਟ ਕੇ ਵਾਪਸ ਪੰਜਾਬ ਵੱਲ ਆਉਂਦਾ ਹੋਇਆ ਵਿਖਾਈ ਦੇ ਰਿਹਾ। ਅਤੇ ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ, ਪੰਜਾਬ ਸਰਕਾਰ ਦੀ ਸਿਆਸਤ ਵਿੱਚ ਵੀ ਕੁਝ ਹਿਲਜੁਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸੋ ਇਹ ਸੀ ਸਾਡੀ ਅੱਜ ਦੀ ਵਿਸ਼ੇਸ਼ ਰਿਪੋਰਟ, ਜਿਹਦੇ ਵਿੱਚ ਆਪਾਂ ਇਹ ਜਾਣਿਆ ਅਤੇ ਸਮਝਿਆ ਕਿ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ, ਚੋਣਾਂ ਦੇ ਮਾਹੌਲ ਤੋਂ ਬਾਅਦ ਹੁਣ ਕੀ ਕੁਝ ਹੁੰਦਾ ਹੋਇਆ ਨਜ਼ਰ ਆ ਰਿਹਾ, ਅੱਗੇ ਕੀ ਹੋਣ ਦੀ ਸੰਭਾਵਨਾ ਹੈ। ਕਿਉਂਕਿ ਚੋਣਾਂ ਦੇ ਨਤੀਜੇ ਆ ਗਏ, ਨਤੀਜੇ ਸਭ ਦੇ ਸਾਹਮਣੇ ਆ, ਨਤੀਜੇ ਤੋਂ ਬਾਅਦ ਹੁਣ ਅੱਗੇ ਵੀ ਬਹੁਤ ਕੁਝ ਹੁੰਦਾ ਰਹਿੰਦਾ। ਉਸ ਚੀਜ਼ ਨੂੰ ਆਪਾਂ ਸਮਝਿਆ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ, ਸਪੈਸ਼ਲ ਰਿਪੋਰਟ ਦੇ ਵਿੱਚ, ਜਿਸ ਨੂੰ ਤੁਸੀਂ ਦ ਪੰਜਾਬ ਟਾਕਸ ਤੇ ਦੇਸ਼ਾਂ ਵਿਦੇਸ਼ਾਂ ਵਿੱਚ IPTV ਸਟ੍ਰੀਮਿੰਗ ਅਤੇ ਫੇਸਬੁੱਕ ਜ਼ਰੀਏ ਵੇਖ ਅਤੇ ਸੁਣ ਰਹੇ ਸੀ। ਇਸੇ ਤਰ੍ਹਾਂ ਤੁਸੀਂ ਦ ਪੰਜਾਬ ਟਾਕਸ ਦੇ ਨਾਲ ਜੁੜੇ ਰਹੋ। ਤਾਜ਼ਾ ਤਰੀਨ ਖਬਰਾਂ, ਪਲ ਪਲ ਦੀ ਅਪਡੇਟ ਅਤੇ ਬਿਹਤਰੀਨ ਨਿਰਪੱਖ ਵਿਸ਼ਲੇਸ਼ਣ ਲਈ ਦ ਪੰਜਾਬ ਟਾਕਸ ਦੇ ਇਸ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਵੋ। ਨਾਲ ਦੀ ਨਾਲ ਦ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ ਵੀ ਤੁਹਾਡੇ ਲਈ ਤਿਆਰ ਬਰ ਤਿਆਰ ਹਾਜ਼ਰ ਹੈ। ਤੁਸੀਂ ਉਸ ਨੂੰ ਆਪੋ ਆਪਣੇ ਐਂਡਰੋਇਡ ਡਿਵਾਈਸ ਉੱਪਰ ਡਾਊਨਲੋਡ ਕਰਕੇ ਦ ਪੰਜਾਬ ਟਾਕਸ ਦੇ ਨਾਲ ਲਗਾਤਾਰ ਜੁੜੇ ਰਹਿ ਸਕਦੇ ਹੋ, ਆਪਣਾ ਰਾਬਤਾ ਕਾਇਮ ਰੱਖ ਸਕਦੇ ਹੋ। ਸੋ ਇਸੇ ਤਰ੍ਹਾਂ ਵੇਖਦੇ ਰਹੋ, ਸੁਣਦੇ ਰਹੋ ਦ ਪੰਜਾਬ ਟਾਕਸ। ਅੱਜ ਦੀ ਇਸ ਸਪੈਸ਼ਲ ਰਿਪੋਰਟ ਨੂੰ ਇੱਥੇ ਮੁਕੰਮਲ ਕਰਦੇ ਹਾਂ ਅਤੇ ਤੁਹਾਡੇ ਕੋਲੋਂ ਆਗਿਆ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ
ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀਏ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚੱਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।